10वीं क्लास पढ़े हो, बहुत सारिया किताबां कहते अंग्रेजी तो भी अनुवाद कीतियां ने, अंग्रेजी लिटरेचर भी तुसीं पढ़दे हो। ये शुरुआत किवें होई सी ਸਾਹਿਤ ਦੇ ਨਾਲ ਇੰਨਾ ਜਿਹੜਾ ਤੁਹਾਡਾ ਲਗਾਵ ਹੈ? ਉਹ ਮੈਂ ਕਾਫੀ ਪੜ੍ਹਦਾ ਰਿਹਾ ਤੇ ਮੇਰੀ ਪੜ੍ਹਨ ਦਾ ਜਿਹੜਾ ਫਲੋ ਹੈ ਉਹ ਬਹੁਤ ਵਧੀਆ, ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਕੋਈ ਐਮਏ ਇੰਗਲਿਸ਼ ਕਰਕੇ ਆਂਦਾ ਪੜ੍ਹਦਾ ਫਲੋ, ਉਸ ਤਰ੍ਹਾਂ ਮੇਰਾ ਫਲੋ ਹੈ। ਕੁਝ ਕਿਤਾਬਾਂ ਮੇਰੀਆਂ ਹੈ ਜਿਨ੍ਹਾਂ ਵਿੱਚੋਂ ਕੁਝ ਮੈਂ ਐਡਿਟ ਕੀਤੀਆਂ, ਕੁਝ ਲੇਖ ਇਕੱਠੇ ਕੀਤੇ ਆ, ਕੁਝ ਮੈਂ ਅਨੁਵਾਦ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਸਾਡੇ ਹਿੰਦੀ ਦੇ ਬਹੁਤ ਅੱਛੇ ਰਾਈਟਰ ਆ ਓਮ ਪ੍ਰਕਾਸ਼ ਵਾਲਮੀਕੀ, ਤੇ ਉਹਨਾਂ ਦੀ ਪੁਸਤਕ ਜਿਹੜੀ ਆ ਜੂਠਨ, ਉਹਦਾ ਮੈਂ ਪੰਜਾਬੀ 'ਚ ਅਨੁਵਾਦ ਕੀਤਾ। ਤੇ ਕੁਝ ਮੈਂ ਜਿਹੜੀਆਂ ਕੁਝ ਕਿਤਾਬਾਂ ਦਾ ਜਿਹੜਾ ਪੰਜਾਬੀ ਦੇ ਵਿੱਚੋਂ ਹਿੰਦੀ ਅਨੁਵਾਦ ਵੀ ਕਾਫੀ ਕੀਤੇ ਆ। ਉਹਨਾਂ ਦਾ ਨਾਵਲ ਸੀ ਇੱਕ ਮਸ਼ਾਲਚੀ, ਪੰਜਾਬੀ ਦੇ ਵਿੱਚ, ਤੇ ਹਿੰਦੀ ਵਿੱਚ ਗਿਆ, ਉਹ ਹਿੰਦੀ ਦੇ ਫੀਲਡ ਵਿੱਚ ਸਾਰੇ ਉਹ ਬਹੁਤ ਅੱਛਾ ਪੜ੍ਹਿਆ ਗਿਆ। ਔਰ ਇਹ ਨਾਵਲ ਜਿਹੜਾ ਮਸ਼ਾਲਚੀ ਮੇਰਾ ਜਿਹੜਾ ਅਨੁਵਾਦ ਕੀਤਾ ਹੈ, ਇਹ ਇਗਨੂ ਦੇ ਵਿੱਚ ਇਹ ਕੋਰਸ ਦੇ ਵਿੱਚ ਇਹ ਐਮਏ ਦੀ ਕਲਾਸਾਂ 'ਚ ਪੜ੍ਹਾਇਆ ਗਿਆ। ਜਿਹੜੀ ਮੇਰੀ ਖੁਰਾਕ ਆ ਉਹ ਮੇਰੀ ਕਿਤਾਬਾਂ, ਮੇਰੇ ਅੰਗ ਸੰਗ ਕਿਤਾਬਾਂ, ਮੇਰੇ ਪਿੱਛੇ ਵੀ ਕਿਤਾਬਾਂ, ਮੇਰੇ ਅੱਗੇ ਵੀ, ਮੇਰੀ ਦੁਕਾਨ 'ਚ ਵੀ। ਤੇ ਅਸੀਂ ਇੱਕ ਲਾਇਬ੍ਰੇਰੀ ਵੀ ਚਲਾ ਰਹੇ ਹਾਂ ਇੱਥੇ, ਡਾਕਟਰ ਅੰਬੇਡਕਰ ਲਾਇਬ੍ਰੇਰੀ, ਉਹਦੇ ਵਿੱਚ ਹਜ਼ਾਰਾਂ ਕਿਤਾਬਾਂ ਅਸੀਂ ਕਲੈਕਟ ਕੀਤੀਆਂ ਜਿਹੜੀਆਂ ਬਹੁਤ ਅੱਛੀਆਂ ਕਿਤਾਬਾਂ ਹੈਗੀਆਂ। ਬਹੁਤ ਸਾਰੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਲੈਕਚਰ ਦੇਣ ਦੇ ਵਾਸਤੇ ਬੁਲਾਇਆ ਜਾਂਦਾ ਹੈ, ਜਿੱਥੇ ਬਹੁਤ ਬੱਚੇ ਜਿਹੜੇ ਹਾਇਰ ਕਲਾਸਿਸ ਦੇ ਬੱਚੇ ਨੇ ਉਹ ਵੀ ਤੁਹਾਡੇ ਲੈਕਚਰ ਸੁਣਦੇ ਨੇ। ਹਾਲਾਂਕਿ ਤੁਸੀਂ ਆਪ 10ਵੀਂ ਪਾਸ। ਸ਼ਿਮਲੇ ਐਡਵਾਂਸ ਸਟੱਡੀ ਸੈਂਟਰ, ਉੱਥੇ ਸਾਡਾ ਇੱਕ ਸੈਮੀਨਾਰ ਹੋਇਆ ਸੀ ਦਲਿਤ ਸਾਹਿਤ ਦੇ ਉੱਪਰ, ਅਤੇ ਜਿਹਦੇ ਵਿੱਚ ਮੈਨੂੰ ਇਹ ਦਿੱਤਾ ਗਿਆ ਸੀ ਥੀਸਿਸ ਵੀ ਤੁਸੀਂ ਜਿਹੜੀ ਦਲਿਤ ਜੀਵਨੀ ਆ ਉਹਨਾਂ ਦੇ ਉੱਪਰ ਤੁਸੀਂ ਜਿਹੜਾ ਆਪਣਾ ਥੀਸਿਸ ਆ ਪੇਸ਼ ਕਰਨਾ, ਅਤੇ ਉੱਥੇ ਮੈਂ ਉਹ ਪੇਸ਼ ਕੀਤਾ ਸੀ। ਅਤੇ ਉਸ ਤੋਂ ਬਾਅਦ ਆਪਾਂ JNU ਜਾਂਦੇ ਰਹੇ ਹਾਂ। ਤੇ ਤੁਸੀਂ ਜਿਹੜੀ ਐਡਵਾਂਸ ਸਟੱਡੀ ਆ, ਮੈਂ ਜਿਹੜਾ ਮੰਨ ਕੇ ਤੁਰਦਾ ਵੀ ਜਿਹੜੀ ਮੈਂ ਪੜ੍ਹ ਰਿਹਾ ਉਹ ਐਡਵਾਂਸ ਸਟੱਡੀ ਆ, ਯਾਨੀ ਕਿ ਉਹ ਸਟੱਡੀ ਜਿਹੜੀ ਆ ਕਾਲਜਾਂ ਦੇ ਉੱਪਰ ਜਾ ਕੇ ਸ਼ੁਰੂ ਹੁੰਦੀ ਆ, PhD ਦੇ ਬਾਅਦ ਸ਼ੁਰੂ ਹੁੰਦੀ ਆ। ਉਹਦੀ ਸਟੱਡੀ ਜਿਹੜੀ ਮੇਰੇ ਕੋਲ ਜਿਹੜੀ ਸਿੱਧੀ ਜ਼ਿੰਦਗੀ ਨਾਲ ਜੁੜੀ। ਤੇ ਜੋ ਉਹਦੇ ਇੱਕ ਆਤਮ ਕਥਾ ਪੜ੍ਹ ਕੇ ਜੋ ਉਹਦੇ ਮਨ 'ਚ ਵਿਚਾਰ ਆਇਆ, ਉਹ ਉਸਨੇ ਮੈਨੂੰ ਆਪਣੇ ਫੋਨ 'ਤੇ ਜ਼ਾਹਰ ਕੀਤੇ ਆ। ਉਸਨੇ ਇਹ ਕਿਹਾ ਵੀ ਜਦੋਂ ਮੈਂ ਰਾਤ ਨੂੰ ਤੁਹਾਡੀ ਆਤਮ ਕਥਾ ਪੜ੍ਹੀ ਆ ਤੇ ਉਸ ਤੋਂ ਬਾਅਦ ਮੈਂ ਸੌਂ ਨਹੀਂ ਸਕੀ। ਤੇ ਮੈਂ ਜਦੋਂ ਪੁੱਛਿਆ ਉਹਨੂੰ ਵੀ ਕੀ ਗੱਲ, ਤੁਸੀਂ ਇਹਦੇ ਵਿੱਚ ਕੀ ਦੇਖਿਆ, ਤਾਂ ਉਸਨੇ ਜਿਹੜਾ ਇਹਦਾ ਜਵਾਬ ਦਿੱਤਾ ਬਹੁਤ ਰੋਚਕ ਹੈ। ਉਹਨੇ ਕਿਹਾ ਵੀ ਮੈਨੂੰ ਅੱਜ ਪਹਿਲੀ ਵਾਰੀ ਪਤਾ ਲੱਗਾ ਵੀ ਦਲਿਤ ਸਮਾਜ ਨਾਲ ਇੱਦਾਂ ਵੀ ਹੁੰਦਾ ਰਿਹਾ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਕਿਸੇ ਸਮੇਂ ਲਿਟਰੇਸੀ ਰੇਟ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚੋਂ 1 ਨੰਬਰ 'ਤੇ ਆਉਂਦਾ ਸੀ, ਜਿੱਥੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਮੰਨੇ ਜਾਂਦੇ ਸੀ। ਪਰ ਇਸ ਸ਼ਹਿਰ ਦੇ ਵਿੱਚੋਂ ਅੱਜ ਇੱਕ ਬਜ਼ੁਰਗ ਤੁਹਾਡੇ ਨਾਲ, ਉਹਨਾਂ ਦੀ ਮੈਂ ਮੁਲਾਕਾਤ ਕਰਵਾਉਣ ਜਾ ਰਿਹਾ, ਜੋ ਪੜ੍ਹੇ ਤਾਂ ਮਹਿਜ਼ 10 ਕਲਾਸਾਂ ਨੇ, 75 ਸਾਲ ਦੀ ਉਹਨਾਂ ਦੀ ਉਮਰ ਹੈ, ਪਰ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥਣਾਂ PhD ਦੇ ਵਿੱਚ ਰਿਸਰਚ ਕਰ ਰਹੀਆਂ ਨੇ। ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਵੱਲੋਂ ਲਿਖੀਆਂ ਗਈਆਂ ਨੇ, ਅਨੁਵਾਦ ਕੀਤੀਆਂ ਗਈਆਂ ਨੇ। 10ਵੀਂ ਪਾਸ ਇਹਨਾਂ ਬਜ਼ੁਰਗਾਂ ਦੇ ਬਹੁਤ ਸਾਰੇ ਯੂਨੀਵਰਸਿਟੀ ਦੇ ਵਿੱਚ ਐਕਸਟੈਂਸ਼ਨ ਲੈਕਚਰਸ ਬੱਚਿਆਂ ਨੂੰ ਸੁਣਾਏ ਜਾਂਦੇ ਨੇ। ਸਵੈ ਜੀਵਨੀ ਵੀ ਇੱਕ ਲਿਖੀ ਹੋਈ ਹੈ ਜਿਸ ਦੇ ਉੱਤੇ ਰਿਸਰਚ ਚੱਲ ਰਹੀ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ 'ਤੇ ਜੀ। ਹਾਂਜੀ, ਇੱਕ ਪਾਸੇ ਜੁੱਤੀਆਂ ਦਾ ਕੰਮ, ਮੋਚੀ ਵਾਲਾ ਕੰਮ, ਬਹੁਤ ਮਿਹਨਤ ਕਸ਼ ਲੋਕ ਨੇ ਜਿਹੜੇ ਇਸ ਰੋਜ਼ਗਾਰ ਦੇ ਨਾਲ ਜੁੜੇ ਨੇ। ਦੂਸਰੇ ਪਾਸੇ ਕਿਤਾਬਾਂ ਨਾਲ ਇੰਨਾ ਪਿਆਰ, ਕਿਵੇਂ ਚੱਲ ਰਹੀ ਹੈ ਜ਼ਿੰਦਗੀ, ਕਿਵੇਂ ਦੋਨਾਂ ਨੂੰ ਮੇਨਟੇਨ ਕਰਕੇ ਰੱਖਿਆ? ਹਾਂ, ਬੜੀ ਮਿਹਰਬਾਨੀ ਤੁਹਾਡੇ ਧਿਆਨ ਦਾ। ਬਾਕੀ ਜ਼ਿੰਦਗੀ ਦੇ ਬਾਰੇ ਤੁਸੀਂ ਗੱਲ ਕੀਤੀ ਹੈ, ਉਹ ਬਹੁਤ ਅੱਛੀ ਚੱਲ ਰਹੀ ਹੈ।
ਔਰ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਨੇ ਕਿਹਾ ਹੀ ਹੈ ਵੀ ਆਪਣਾ ਕਿਰਤ ਕਰੋ ਅਤੇ ਵੰਡ ਛਕੋ। ਮੇਰਾ ਜਿਹੜਾ ਕੰਮ ਹੈ ਕਿਰਤ ਆ, ਅਤੇ ਜੇ ਮੇਰੀ ਜਿਹੜੀ ਅਧਿਆਤਮਕ ਖੁਰਾਕ ਆ ਜਿਹਨੂੰ ਕਹਿੰਦੇ ਆਪਾਂ ਇੰਡੀਆ ਦੀ ਜਿਹੜੀ ਭਾਸ਼ਾ ਵਿੱਚ ਆ, ਉਹ ਮੇਰੀ ਕਿਤਾਬਾਂ ਪੜ੍ਹਨਾ ਲਿਟਰੇਚਰ ਨਾਲ ਜੁੜੀ ਹੋਈ ਆ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਬੰਦਾ ਜੀਣ ਵਾਸਤੇ ਰੋਟੀ ਖਾਂਦਾ ਹੈ, ਖਾਣਾ ਖਾਂਦਾ ਹੈ, ਅਤੇ ਜਿਹੜੀ ਮੇਰੀ ਖੁਰਾਕ ਆ ਉਹ ਮੇਰੀ ਕਿਤਾਬਾਂ, ਮੇਰੇ ਅੰਗ ਸੰਗ ਕਿਤਾਬਾਂ, ਮੇਰੇ ਪਿੱਛੇ ਵੀ ਕਿਤਾਬਾਂ, ਮੇਰੇ ਅੱਗੇ ਵੀ, ਮੇਰੀ ਦੁਕਾਨ 'ਚ ਵੀ। ਅਤੇ ਅਸੀਂ ਇੱਕ ਲਾਇਬ੍ਰੇਰੀ ਵੀ ਚਲਾ ਰਹੇ ਹਾਂ ਇੱਥੇ, ਡਾਕਟਰ ਅੰਬੇਡਕਰ ਲਾਇਬ੍ਰੇਰੀ। ਉਹਦੇ ਵਿੱਚ ਹਜ਼ਾਰਾਂ ਕਿਤਾਬਾਂ ਅਸੀਂ ਕਲੈਕਟ ਕੀਤੀਆਂ, ਜਿਹੜੀਆਂ ਬਹੁਤ ਅੱਛੀਆਂ ਕਿਤਾਬਾਂ ਹੈਗੀਆਂ, ਅਤੇ ਬਹੁਤ ਅੱਛਾ ਚੱਲ ਰਿਹਾ ਜੀ। ਹਾਂਜੀ, ਜਿਵੇਂ ਮੈਂ ਕਿਹਾ ਵੀ 75 ਸਾਲ ਦੀ ਉਮਰ ਹੈ, 10ਵੀਂ ਕਲਾਸ ਪੜ੍ਹੇ ਹੋ, ਬਹੁਤ ਸਾਰੀਆਂ ਕਿਤਾਬਾਂ ਕਿਤੇ ਅੰਗਰੇਜ਼ੀ ਤੋਂ ਵੀ ਅਨੁਵਾਦ ਕੀਤੀਆਂ ਨੇ, ਅੰਗਰੇਜ਼ੀ ਲਿਟਰੇਚਰ ਵੀ ਤੁਸੀਂ ਪੜ੍ਹਦੇ ਹੋ। ਇਹ ਸ਼ੁਰੂਆਤ ਕਿਵੇਂ ਹੋਈ ਸੀਗੀ ਸਾਹਿਤ ਦੇ ਨਾਲ, ਇੰਨਾ ਜਿਹੜਾ ਤੁਹਾਡਾ ਲਗਾਵ ਹੈ? ਹਾਂ, ਇਸ ਤਰ੍ਹਾਂ ਜੀ ਮੈਨੂੰ ਬਚਪਨ ਤੋਂ ਹੀ ਬਹੁਤ ਪੜ੍ਹਨ ਦਾ, ਸਟੱਡੀ ਕਰਨ ਦਾ ਬਹੁਤ ਸ਼ੌਕ ਰਿਹਾ, ਖਾਸ ਕਰਕੇ ਲਿਟਰੇਚਰ, ਕਵਿਤਾ, ਨਾਵਲ। ਅਤੇ ਉਹ ਜਿਹੜਾ ਮੈਨੂੰ ਸ਼ੌਕ ਸੀਗਾ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਮੈਂ ਬਚਪਨ ਤੋਂ ਸ਼ੁਰੂ ਕੀਤਾ ਸੀਗਾ। ਅਤੇ ਕਿਤਾਬਾਂ ਦਾ ਪੜ੍ਹਨਾ, ਔਰ ਇਹਦੇ ਵਿੱਚ ਅੰਗਰੇਜ਼ੀ ਜਿਹੜੀ ਮੇਰੀ ਬਹੁਤ ਅੱਛੀ ਸੀ ਸ਼ੁਰੂ ਤੋਂ ਹੀ। ਮੇਰੇ ਸਭ ਤੋਂ ਜਿਹੜੇ ਨੰਬਰ ਜ਼ਿਆਦਾ ਮੈਟ੍ਰਿਕ ਵਿੱਚੋਂ ਇੰਗਲਿਸ਼ 'ਚ ਆ, ਅਤੇ ਦੂਸਰੇ ਨੰਬਰ 'ਤੇ ਮੈਂ ਹਿੰਦੀ ਔਰ ਪੰਜਾਬੀ ਆ। ਅਤੇ ਇਸ ਕਰਕੇ ਮੇਰਾ ਇੰਗਲਿਸ਼ ਬਹੁਤ ਸ਼ੌਕ ਰਿਹਾ, ਔਰ ਮੈਂ ਕਾਫੀ ਇਹਦੇ ਇੰਗਲਿਸ਼ ਨਾਵਲ ਪੜ੍ਹੇ ਆ, ਜਿਹੜੇ ਜਸੂਸੀ ਨਾਵਲ ਆ, 007 ਦੇ ਇਆਨ ਫਲੇਮਿੰਗ ਦੇ ਨਾਵਲ ਜਿਹੜੇ ਆ, ਉਹ ਮੈਂ ਕਾਫੀ ਪੜ੍ਹਦਾ ਰਿਹਾ। ਅਤੇ ਮੇਰੀ ਪੜ੍ਹਨ ਦਾ ਜਿਹੜਾ ਫਲੋ ਹੈ ਉਹ ਬਹੁਤ ਵਧੀਆ, ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਕੋਈ MA ਇੰਗਲਿਸ਼ ਕਰਕੇ ਆਉਂਦਾ ਪੜ੍ਹਦਾ ਫਲੋ, ਉਸ ਤਰ੍ਹਾਂ ਮੇਰਾ ਫਲੋ ਹੈ। ਔਰ ਮੈਂ ਅੱਛੀ ਕਿਤਾਬਾਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਆਈਡੀਓਲੋਜੀਕਲੀ ਆ, ਜਿਹੜੀ ਟਰਮੀਨੋਲੋਜੀ ਜਿਹੜੀ ਹੈਗੀ ਆ, ਉਹ ਮੈਂ ਅੱਛੀ ਤਰ੍ਹਾਂ ਸਮਝਦਾ। ਇਸ ਕਰਕੇ ਮੈਂ ਜਿਹੜੀ ਇੰਗਲਿਸ਼ ਹੈ ਉਹ ਮੈਂ ਉਸੇ ਤਰ੍ਹਾਂ ਪੜ੍ਹ ਲੈਂਦਾ ਜਿਸ ਤਰ੍ਹਾਂ ਮੈਂ ਹਿੰਦੀ ਔਰ ਪੰਜਾਬੀ ਪੜ੍ਹਦਾ। ਇਸ ਰੁਝੇਵੇਂ 'ਚੋਂ ਕਿਤਾਬਾਂ ਨੂੰ ਟਾਈਮ, ਜਿਵੇਂ ਮੈਂ ਹੁਣ ਵੀ ਦੇਖ ਰਿਹਾ ਤੁਹਾਡੇ ਜਿੱਥੇ ਸਮਾਨ ਸਾਰਾ ਤੁਸੀਂ ਇਹਦੇ ਰੱਖੇ ਨੇ, ਇਕਵਿਪਮੈਂਟ ਰੱਖੇ ਨੇ, ਤਾਂ ਨਾਲ ਕਿਤਾਬਾਂ ਵੀ ਪਈਆਂ ਨੇ, ਫਿਰ ਕਿਵੇਂ ਸਮਾਂ ਦਿੰਦੇ ਹੋ ਕਿਤਾਬਾਂ ਪੜ੍ਹਨ ਨੂੰ? ਕਿੰਨਾ ਕੁ ਸਮਾਂ ਇਹਦੇ ਵਿੱਚੋਂ ਕੱਢਦੇ ਹੋ? ਜੀ ਹਾਂ, ਇਸ ਤਰ੍ਹਾਂ ਹੈ ਜੀ ਵੀ ਮੈਂ ਇਹ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਹੈ। ਮੇਰੇ ਇਸ ਤੋਂ ਇਲਾਵਾ ਕੋਈ ਰੁਝੇਵਾਂ ਨਹੀਂ ਹੁੰਦਾ। ਮੇਰਾ ਕੋਈ ਨਾ ਮੈਂ ਸਿਗਰਟ ਪੀਂਦਾ, ਨਾ ਸ਼ਰਾਬ ਪੀਂਦਾ, ਨਾ ਬਹੁਤਾ ਮੈਂ ਦੋਸਤ ਮਿੱਤਰਾਂ 'ਤੇ ਵਿਚਰਦਾ। ਮੇਰਾ ਜਿਹੜਾ ਜਦੋਂ ਮੇਰਾ ਖਾਲੀ ਟਾਈਮ ਹੁੰਦਾ ਹੈ ਅਤੇ ਮੈਂ ਇਹਨਾਂ ਕਿਤਾਬਾਂ 'ਚ ਜਾ ਵੜਦਾ। ਮੇਰੇ ਅੱਗੇ ਵੀ ਕਿਤਾਬਾਂ, ਪਿੱਛੇ ਵੀ ਕਿਤਾਬਾਂ, ਉਹਨਾਂ ਵਿੱਚ ਮੈਂ ਜਦੋਂ ਮੇਰਾ ਜਿਹੜੀ ਕਿਤਾਬ ਮੈਂ ਪੜ੍ਹਨ ਲਾਈ ਆ, ਜਦ ਤੱਕ ਪੂਰੀ ਨਹੀਂ ਹੁੰਦੀ ਉਹ ਅਲਮਾਰੀ 'ਚ ਨਹੀਂ ਜਾਂਦੀ, ਔਰ ਮੈਂ ਪੂਰੀ ਪੜ੍ਹ ਕੇ ਫਿਰ ਅਲਮਾਰੀ ਵਿੱਚ ਮੈਂ ਰੱਖਦਾ ਉਹਨੂੰ। ਅਤੇ ਟਾਈਮ ਦੀ ਕੋਈ ਮੁਸ਼ਕਿਲ ਨਹੀਂ ਹੈ। ਟਾਈਮ ਤਾਂ ਤੁਹਾਡਾ ਮਨ ਦਾ ਇੱਕ ਹੈ, ਜੇ ਤੁਹਾਨੂੰ ਸ਼ੌਕ ਆ ਤੁਸੀਂ ਟਾਈਮ ਕੱਢੇ ਲੈਣਾ, ਭਾਵੇਂ ਅੱਧੀ ਰਾਤ ਨੂੰ ਕੱਢੋ। ਔਰ ਰਾਤ ਨੂੰ ਮੈਂ ਸੌਣ ਤੋਂ ਪਹਿਲਾਂ ਘੱਟੋ ਘੱਟ ਮੈਂ 1 ਘੰਟਾ ਪੜ੍ਹਨ ਦਾ ਪੂਰਾ ਮੇਰਾ ਰੋਜ਼ ਦਾ ਰੂਟੀਨ ਹੈ। ਅਤੇ ਸਵੇਰ ਨੂੰ ਅਖਬਾਰ ਵਗੈਰਾ ਵੀ ਜਿਹੜੀ ਮੈਂ ਉਹ ਪੜ੍ਹ ਕੇ, ਸਵੇਰ ਨੂੰ ਜੇ ਪੜ੍ਹਨਾ ਹੋਵੇ ਤਾਂ ਮੈਂ ਉਹ ਜ਼ਰੂਰ ਪੜ੍ਹਦਾ। ਘੰਟਾ 2 ਘੰਟੇ ਸਵੇਰੇ ਮੇਰਾ ਜਿਹੜਾ ਅਖਬਾਰ ਪੜ੍ਹਨ ਦਾ ਜਾਂ ਹੋਰ ਮੈਗਜ਼ੀਨ ਵਗੈਰਾ ਪੜ੍ਹਨ ਦਾ ਜਿਹੜਾ ਰੋਜ਼ ਦਾ ਇੱਕ ਮੇਰੀ ਰੂਟੀਨ ਹੈ। ਇਸ ਕਰਕੇ ਮੈਨੂੰ ਲੱਗਦਾ ਨਹੀਂ ਮੈਨੂੰ ਕੋਈ ਮੁਸ਼ਕਿਲ ਆਉਂਦੀ ਹੈ। ਜਦੋਂ ਮੇਰਾ ਕੰਮ ਹੁੰਦਾ ਮੈਂ ਕੰਮ ਵੀ ਕਰਦਾ। ਜਦੋਂ ਕੰਮ ਮੇਰੇ ਕੋਲ ਹੋਏਗਾ ਮੈਂ ਕੰਮ ਵੀ ਪੂਰੀ ਤਨਦੇਹੀ ਨਾਲ ਕਰਦਾ, ਉਹ ਪੇਟ ਦੀ ਖਾਤਰ। ਹਾਂਜੀ, ਅਤੇ ਪੜ੍ਹਾਈ ਦੇ ਵਿੱਚ ਮੇਰਾ ਕੰਮ ਜਿਹੜਾ ਉਹ ਮੇਰਾ ਕੋਈ ਆੜੇ ਨਹੀਂ ਆ ਰਿਹਾ। ਹਾਂ, ਪਰ ਇੱਕ ਵਾਰੀ ਮੈਂ ਗੱਲ ਜ਼ਰੂਰ ਸੋਚਦਾ ਵੀ ਜੇ ਮੈਨੂੰ ਜਿੰਨਾ ਟਾਈਮ ਮੈਂ ਆਪਣੇ ਕੰਮ 'ਚ ਦੇ ਰਿਹਾ ਪੇਟ ਪਾਲਣ ਵਾਸਤੇ, ਜੇ ਮੈਂ ਸਭ ਤੋਂ ਜ਼ਿਆਦਾ ਟਾਈਮ ਇਹਦੇ ਵਿੱਚ ਦੇ ਸਕਦਾ ਹੁੰਦਾ ਤਾਂ ਬਹੁਤ ਹੀ ਚੰਗਾ ਹੁੰਦਾ। ਕਿਤਾਬਾਂ ਕਹਿੰਦੇ ਬਹੁਤ ਸਾਰੀਆਂ ਲਿਖੀਆਂ ਨੇ ਤੁਸੀਂ, ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਲਿਖ ਚੁੱਕੇ ਹੋ? ਕਿਹੜੀ ਕਿਤਾਬ ਹੈ ਉਹ? ਜੀ ਹਾਂ, ਕੁਛ ਕਿਤਾਬਾਂ ਮੇਰੀਆਂ ਹੈ ਜਿਨ੍ਹਾਂ ਵਿੱਚੋਂ ਕੁਛ ਮੈਂ ਐਡਿਟ ਕੀਤੀਆਂ, ਕੁਛ ਲੇਖ ਇਕੱਠੇ ਕੀਤੇ ਆ, ਕੁਛ ਮੈਂ ਅਨੁਵਾਦ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਸਾਡੇ ਹਿੰਦੀ ਦੇ ਬਹੁਤ ਅੱਛੇ ਰਾਈਟਰ ਆ ਓਮ ਪ੍ਰਕਾਸ਼ ਵਾਲਮੀਕੀ, ਅਤੇ ਉਹਨਾਂ ਦੀ ਪੁਸਤਕ ਜਿਹੜੀ ਆ ਜੂਠਨ, ਉਹਦਾ ਮੈਂ ਪੰਜਾਬੀ 'ਚ ਅਨੁਵਾਦ ਕੀਤਾ। ਅਤੇ ਕੁਛ ਮੈਂ ਕੁਛ ਕਿਤਾਬਾਂ ਦਾ ਜਿਹੜਾ ਪੰਜਾਬੀ ਦੇ ਵਿੱਚੋਂ ਹਿੰਦੀ ਅਨੁਵਾਦ ਵੀ ਕਾਫੀ ਕੀਤੇ ਆ। ਜਿਸ ਤਰ੍ਹਾਂ ਸਾਡੇ ਇੱਕ ਬਹੁਤ ਅੱਛੇ ਸਾਹਿਤਕਾਰ ਸੀਗੇ, ਉਹਨਾਂ ਦਾ ਨਾਵਲ ਸੀ ਇੱਕ ਮਸ਼ਾਲਚੀ, ਪੰਜਾਬੀ ਦੇ ਵਿੱਚ, ਅਤੇ ਹਿੰਦੀ ਵਿੱਚ ਗਿਆ। ਉਹ ਹਿੰਦੀ ਦੇ ਫੀਲਡ ਵਿੱਚ ਸਾਰੇ ਉਹ ਬਹੁਤ ਅੱਛਾ ਪੜ੍ਹਿਆ ਗਿਆ। ਔਰ ਇਹ ਨਾਵਲ ਜਿਹੜਾ ਮਸ਼ਾਲਚੀ ਮੇਰਾ ਜਿਹੜਾ ਅਨੁਵਾਦ ਕੀਤਾ ਹੈ, ਇਹ ਇਗਨੂ ਦੇ ਵਿੱਚ, ਇਹ ਕੋਰਸ ਦੇ ਵਿੱਚ, ਇਹ MA ਦੀ ਕਲਾਸਾਂ 'ਚ ਪੜ੍ਹਾਇਆ ਜਾ ਰਿਹਾ। ਤੁਹਾਡੀ ਲਿਖੀਆਂ ਹੋਈਆਂ ਕਵਿਤਾਵਾਂ ਜਾਂ ਜਿਹੜੇ ਅਨੁਵਾਦ ਕੀਤੇ ਨੇ ਤੁਸੀਂ, ਉਹ ਅੱਜ ਸਟੱਡੀ ਦੇ ਵਿੱਚ, ਸਿਲੇਬਸ ਦੇ ਵਿੱਚ ਵੀ ਦਰਜ ਹੈ? ਹਾਂਜੀ, ਮੇਰੀ ਜਿਹੜੀ ਕੁਛ ਕਵਿਤਾਵਾਂ ਜਿਹੜੀਆਂ ਮੇਰੀਆਂ, ਉਹ ਕੁਛ ਜਿਹੜੀ ਉਹ ਯੂਨੀਵਰਸਿਟੀ ਵਿੱਚ ਵੀ ਹੈ। ਜਿਸ ਤਰ੍ਹਾਂ ਇਗਨੂ ਦੇ ਵਿੱਚ ਮੇਰੀ ਜਿਹੜੀ ਇੱਕ ਪੋਇਮ ਹੈ, ਉਹਦਾ ਨਾਂ ਹੈ ਆਜ ਕਾ ਏਕਲਵਯ। ਮੈਂ ਚਾਹੂੰਗਾ ਉਹ ਵੀ ਸੁਣਾ ਦਿਓ ਥੋੜ੍ਹੀਆਂ ਕੁਛ ਸਤਰਾਂ। ਹਾਂ, ਮੈਂ ਉਹ ਹਿੰਦੀ 'ਚ ਵੀ ਹੈ ਅਤੇ ਪੰਜਾਬੀ 'ਚ ਵੀ ਹੈ। ਮੈਂ ਤੁਹਾਨੂੰ ਥੋੜ੍ਹਾ ਜਿਹਾ
ਜੇ ਪੰਜਾਬੀ ਚ ਸੁਣਾ ਸਕਦੇ ਹੋ ਤਾਂ ਬਹੁਤ ਵਧੀਆ ਹਾਂ, ਜੀ। ਪੰਜਾਬੀ ਵਿੱਚ ਤਾਂ ਇਸ ਵੇਲੇ ਮੇਰੇ ਕੋਲ ਅਵੇਲੇਬਲ ਨਹੀਂ ਹੈ, ਪਰ ਮੈਂ ਤੁਹਾਨੂੰ ਹਿੰਦੀ ਵਿੱਚ ਥੋੜ੍ਹੀਆਂ ਦੋ ਛੱਤਰਾਂ ਜਿਹੜੀਆਂ ਉਹਦੀਆਂ ਆਖਰੀਆਂ ਉਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਸਕਦਾ। हाँ, कविता है जी आज का एकलव्य। शुरू उत्थे होंदी है, ऐ महाभारत के द्रोणाचार्य, तुमने आज फिर गुरु दक्षिण का ढोंग रचा है, तो ध्यान रखना मैं हूँ एकलव्य आज का, सदियों पुराना नहीं, तुम्हारी नस नस से वाकिफ हूँ मैं। तुम आज तक महिमा मंडित हो तो इसलिए ही कि गुरु दक्षिणा की आड़ में उस भोले भाले बालक का अंगूठा इसलिए उसके हाथ से उड़ा लिया था कि तुम्हारे सादे हुए घोड़ों को कोई ज़मीन न सूंघा दे और तुम्हारा तेज सदा के लिए मलिन पड़ जाए। तुम्हारे बुद्धि चातुर्य को सूंघ चुका हूँ मैं ये भी जानता हूँ कि मेरे कर्मठ हाथों का ये कर्मठ अंगूठा तुम्हारी आँख का तिनका है आज भी। तुम्हारी सांप दृष्टि में बेहिसाब जय है आज भी। मैं भूला नहीं हूँ आज भी तुम्हारी वो कुटिल मुस्कान। मैं ये भी जानता हूँ कि जिस दिन ये मेरा कारामद अंगूठा तुम्हारे हाथ होगा, मेरा नाम इतिहास के शूरवीरों में साफ होगा। मेरी हर कलाकृति तुम्हारी होगी, लिखूँगा मैं नाम तुम्हारा होगा। मेरी सुबह तुम्हारी और शाम भी तुम्हारी होगी। शरीर मेरा खटेगा, चेहरा तुम्हारा हंसेगा। तुम्हारे इतिहास के पन्नों में मैं गधे की सींग सा गायब हो जाऊँगा। तुम्हारे महलों की नींव में मैं आधार सा दफन हो रहूँगा। लेकिन इतना याद रखना, काठ की हांडी दोबारा नहीं चढ़ती है तो कभी पकती नहीं। यदि यही कहानी दोहराओगे, उन्हीं पन्नों को फिर लाओगे, गूठा तो वही होगा और तुम्हारी माँ का रुख भी वही होगा। तो इस बार भी मुझे इस गुरु दक्षिणा से इनकार भी नहीं होगा। सच कहता हूँ, तुम्हें गुरु दक्षिणा मिलेगी, अवश्य मिलेगी, धुआंधार मिलेगी। लेकिन इस बार महीन सा अंतर ये होगा कि ये अंगूठा कभी कटवाया नहीं जाएगा, सिर्फ ਦਿਖਾਇਆ ਜਾਏਗਾ। ਇਹਦੇ ਵਿੱਚ ਟਾਰਗੇਟ ਕੀ ਕੀਤਾ ਗਿਆ ਤੁਸੀਂ, ਜਿਸ ਕਿਤੇ ਲੱਗ ਗਿਆ ਕਿਸੇ ਚੀਜ਼ ਨੂੰ ਲੈ ਕੇ ਟਾਰਗੇਟ ਕੀਤਾ, ਕਿਸ ਚੀਜ਼ ਨੂੰ ਦ੍ਰਿਸ਼ ਕੀ ਪੇਸ਼ ਕੀਤਾ ਇਹਦੇ ਵਿੱਚ? ਹਾਂ ਜੀ, ਇਹ ਇਸ ਤਰ੍ਹਾਂ ਹੈ ਜੀ ਵੀ ਜਿਨ੍ਹਾਂ ਨੇ ਮਹਾਭਾਰਤ ਪੜ੍ਹੀ ਆ ਉਹਦੇ ਵਿੱਚ ਇੱਕ ਕਰੈਕਟਰ ਆ ਦਰੋਣਾਚਾਰਿਆ, ਜਿਹੜਾ ਪਾਂਡਵਾਂ ਨੂੰ ਧਨੁਸ਼ ਵਿੱਦਿਆ ਦੀ ਜਿਹੜੀ ਆ ਉਹ ਦਿੰਦਾ, ਦੀਕਸ਼ਾ ਦਿੰਦਾ ਹੈ, ਸਿਖਾਈ ਦਿੰਦਾ ਹੈ, ਟ੍ਰੇਨਿੰਗ ਦਿੰਦਾ ਹੈ। ਅਤੇ ਉੱਥੇ ਇੱਕ ਭੀਲ ਦਾ ਲੜਕਾ, ਉਹ ਜੰਗਲ ਦੇ ਭੀਲ ਦਾ ਲੜਕਾ ਜਿਹੜਾ ਉਹ ਦੇਖਦਾ, ਉਹ ਦੇਖ ਕੇ ਉਹਨਾਂ ਦਾ ਅੰਦਾਜ਼ ਦੂਰੋਂ ਹੀ ਸਿੱਖ ਲੈਂਦਾ। ਉਹ ਜਿਸ ਵੇਲੇ ਦਰੋਣਾਚਾਰਿਆ ਨੂੰ ਪਤਾ ਲੱਗਦਾ ਵੀ ਇਹ ਬੰਦਾ ਦੂਰੋਂ ਦੇਖ ਕੇ ਸਿੱਖ ਗਿਆ ਮੇਰੇ ਬਗੈਰ ਸਿੱਖੇ ਤੋਂ, ਤਾਂ ਉਹਦੇ ਮਨ ਚਿੰਤਾ ਹੋ ਜਾਂਦੀ ਵੀ ਜੇ ਇਹ ਬੰਦਾ ਇਹ ਸਿੱਖ ਗਿਆ, ਜਿਹੜੇ ਮੈਂ ਜਿਹਨਾਂ ਨੂੰ ਸਿਖਾ ਰਿਹਾ ਰਾਜਿਆਂ ਦੇ ਪੁੱਤਰ, ਇਹ ਤਾਂ ਪਿੱਛੇ ਰਹਿ ਜਾਣਗੇ। ਤਾਂ ਉਹ ਚਲਾਕੀ ਖੇਲਦਾ, ਉਹ ਚਲਾਕੀ ਖੇਲ ਕੇ ਉਹਨੂੰ ਭੀਲ ਦੇ ਲੜਕੇ ਨੂੰ ਕਹਿੰਦਾ, ਹਾਂ ਵੀ ਤੇਰਾ ਗੁਰੂ ਕੌਣ ਆ? ਤਾਂ ਉਹ ਕਹਿੰਦਾ ਗੁਰੂ ਮੇਰਾ ਦਰੋਣਾਚਾਰਿਆ। ਕਹਿੰਦਾ ਉਹ ਤਾਂ ਮੈਂ ਆ। ਕਹਿੰਦਾ ਤੁਸੀਂ ਮੇਰਾ ਗੁਰੂ ਹੋ? ਕਹਿੰਦਾ ਮੈਂ ਤੈਨੂੰ ਸਿਖਾਇਆ ਨਹੀਂ। ਕਹਿੰਦਾ ਮੈਂ ਤੁਹਾਡੀ ਮੂਰਤੀ ਸਾਹਮਣੇ ਰੱਖ ਕੇ ਮਿੱਟੀ ਦੀ ਮੈਂ ਉੱਤੇ ਅਭਿਆਸ ਕੀਤਾ। ਕਹਿੰਦੇ ਅੱਛਾ। ਅਤੇ ਉਹਦੇ ਮਨ 'ਚ ਬੇਈਮਾਨੀ ਆ ਗਈ ਦਰੋਣਾਚਾਰਿਆ ਤੋਂ। ਉਹ ਕਹਿੰਦਾ ਵੀ ਇਹ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਹੈ ਅਤੇ ਜਿਹੜੇ ਰਾਜਿਆਂ ਦੇ ਪੁੱਤਰ ਪਿੱਛੇ ਰਹਿ ਜਾਣਗੇ। ਉਹ ਕਹਿੰਦਾ ਠੀਕ ਹੈ, ਤੂੰ ਮੈਨੂੰ ਗੁਰੂ ਦਕਸ਼ਣਾ ਦੇ, ਤੂੰ ਗੁਰੂ ਮੰਨਦਾ ਤਾਂ। ਅਤੇ ਉਸ ਤੋਂ ਬਾਅਦ ਉਹਨੂੰ ਕਿਹਾ ਮੰਗੋ। ਭੀਲ ਕਹਿਣ ਲੱਗਾ ਲੜਕਾ ਅੰਗੂਠੇ ਦੀ ਜਿਹੜੀ ਉੱਥੇ ਮੰਗ ਹੋ ਗਈ ਉਹਦੇ ਵਿੱਚ, ਹੈ ਨਾ? ਮਤਲਬ ਮੈਸੇਜ ਅੱਜ ਦਾ ਮੈਸੇਜ ਕੀ ਹੈ ਇਹਦੇ ਵਿੱਚ? ਇਹਦਾ ਮੈਸੇਜ ਇਹ ਆ ਵੀ ਜੋ ਅੱਜ ਜਿਹੜੇ ਬੰਦੇ ਲੁੱਟੇ ਗਏ ਆ, ਜਿਨ੍ਹਾਂ ਦੀ ਮਿਹਨਤ ਲੁੱਟੀ ਜਾਂਦੀ ਰਹੀ ਆ, ਅੱਜ ਲੁੱਟਣ ਨੂੰ ਤਿਆਰ ਨਹੀਂ ਆ। ਅੱਜ ਉਹ ਲੁੱਟਣਾ ਨਹੀਂ ਚਾਹੁੰਦੇ, ਕੋਈ ਲੁੱਟ ਨਹੀਂ ਸਕਦਾ ਕਿਉਂਕਿ ਉਹ ਜਾਗ ਚੁੱਕੇ ਆ। ਉਹਨਾਂ ਦੀ ਜ਼ਮੀਰ ਜਾਗ ਚੁੱਕੀ ਆ, ਉਹਨਾਂ ਦਾ ਦਿਮਾਗ ਜਾਗ ਚੁੱਕਾ ਹੈ। ਉਹਨਾਂ ਦੇ ਵਿੱਚ ਨਵੇਂ ਵਿਚਾਰਾਂ ਦੀ ਜਿਹੜੀ ਪੰਗਾਰ ਉਹ ਫੁੱਟੀ ਹੋਈ ਹੈ। ਇਸ ਕਰਕੇ ਬਹੁਤ ਸਾਰੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਲੈਕਚਰ ਦੇਣ ਦੇ ਵਾਸਤੇ ਬੁਲਾਇਆ ਜਾਂਦਾ ਹੈ, ਜਿੱਥੇ ਬਹੁਤ ਬੱਚੇ ਜਿਹੜੇ ਹਾਇਰ ਕਲਾਸਿਸ ਦੇ ਬੱਚੇ ਨੇ ਉਹ ਵੀ ਤੁਹਾਡੇ ਲੈਕਚਰ ਸੁਣਦੇ ਨੇ। ਹਾਲਾਂਕਿ ਤੁਸੀਂ ਆਪ 10ਵੀਂ ਪਾਸ ਹੋ, ਅੰਗਰੇਜ਼ੀ ਦੇ ਉੱਤੇ ਵੀ ਤੁਸੀਂ ਦੱਸਦੇ ਬਹੁਤ ਵਧੀਆ ਮੇਰੀ ਪਕੜ ਹੈਗੀ ਆ। ਤਾਂ ਕਿਹੜੀ ਯੂਨੀਵਰਸਿਟੀਜ਼ ਦੇ ਵਿੱਚ ਹੁਣ ਤੱਕ ਜਾ ਚੁੱਕੇ? ਹਾਂਜੀ, ਉਹ ਇਸ ਤਰ੍ਹਾਂ ਹੈ ਜੀ ਭਈ ਜਦੋਂ ਸੈਮੀਨਾਰ ਕੋਈ ਹੁੰਦੇ ਆ, ਖਾਸ ਕਰਕੇ ਜਦੋਂ ਲਿਟਰੇਰੀ ਸੈਮੀਨਾਰ ਹੁੰਦੇ ਆ ਜਾਂ ਕਵੀ ਸੰਮੇਲਨ ਹੁੰਦੇ ਆ, ਅਤੇ ਉਹਦੇ ਵਿੱਚ ਜਿਹੜਾ ਉਸ ਸੈਮੀਨਾਰ ਦੇ ਵਿੱਚ ਸਾਨੂੰ ਆਪਣਾ ਇੱਕ ਥੀਸਿਸ ਦਿੱਤਾ ਜਾਂਦਾ ਵੀ ਤੁਸੀਂ ਇਹ ਲਿਖਣਾ ਔਰ ਇਹ ਉਹਨੂੰ ਬੋਲਣਾ ਹੈ। ਅਤੇ ਇਸੇ ਸਿਲਸਿਲੇ 'ਚ ਆਪਾਂ
ਸ਼ਿਮਲੇ ਐਡਵਾਂਸ ਸਟੱਡੀ ਸੈਂਟਰ, ਉੱਥੇ ਸਾਡਾ ਇੱਕ ਸੈਮੀਨਾਰ ਹੋਇਆ ਸੀ ਦਲਿਤ ਸਾਹਿਤ ਦੇ ਉੱਪਰ, ਅਤੇ ਜਿਹਦੇ ਵਿੱਚ ਮੈਨੂੰ ਇਹ ਦਿੱਤਾ ਗਿਆ ਸੀ ਥੀਸਿਸ ਵੀ ਤੁਸੀਂ ਜਿਹੜੀ ਦਲਿਤ ਜੀਵਨੀ ਆ ਉਹਨਾਂ ਦੇ ਉੱਪਰ ਤੁਸੀਂ ਜਿਹੜਾ ਆਪਣਾ ਥੀਸਿਸ ਆ ਪੇਸ਼ ਕਰਨਾ, ਅਤੇ ਉੱਥੇ ਮੈਂ ਉਹ ਪੇਸ਼ ਕੀਤਾ ਸੀ। ਅਤੇ ਉਸ ਤੋਂ ਬਾਅਦ ਆਪਾਂ JNU ਜਾਂਦੇ ਰਹੇ ਹਾਂ, ਅਤੇ ਪਟਨਾ ਯੂਨੀਵਰਸਿਟੀ ਵੀ ਆਪਾਂ ਉੱਥੇ ਜਾਂਦੇ ਹਾਂ ਸੈਮੀਨਾਰ ਦੇ ਵਿੱਚ। ਉੱਥੇ ਕਾਫੀ ਵਿਦਿਆਰਥੀ ਵੀ ਹੁੰਦੇ ਆ, ਅਤੇ ਉਹਨਾਂ ਦੇ ਵਿੱਚ ਆਪਾਂ ਉਹਨਾਂ ਸਵਾਲ ਦੇ ਜਵਾਬ ਦਿੰਦੇ ਰਹੇ ਹਾਂ, ਉਹ ਪ੍ਰਸ਼ਨ ਕਰਦੇ ਰਹੇ ਆ ਉਸ ਸਬਜੈਕਟ ਦੇ ਉੱਪਰ। ਅਤੇ ਇਸ ਤਰ੍ਹਾਂ ਯਾਨੀ ਕਿ ਇਹ ਸਾਰਾ ਜੋ ਕੁਛ ਵੀ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਜਿਸ ਗਿਆਨ ਪ੍ਰਾਪਤ ਕਰਨਾ ਸਾਨੂੰ ਕਿਸੇ ਕਾਲਜ ਵਿੱਚ ਜਾਣ ਦੀ ਜ਼ਰੂਰਤ ਹੈ। ਤੁਸੀਂ ਪੁਸਤਕਾਂ ਲੈ ਸਕਦੇ ਆ, ਕਿਤੇ ਵੀ ਲੈ ਸਕਦੇ ਆ, ਤੁਹਾਡੇ ਮਨ 'ਚ ਚਾਹ ਚਾਹੀਦੀ ਆ, ਅਤੇ ਤੁਸੀਂ ਜਿਹੜੀ ਐਡਵਾਂਸ ਸਟੱਡੀ ਆ, ਮੈਂ ਜਿਹੜਾ ਮੰਨ ਕੇ ਤੁਰਦਾ ਵੀ ਜਿਹੜੀ ਮੈਂ ਪੜ੍ਹ ਰਿਹਾ ਉਹ ਐਡਵਾਂਸ ਸਟੱਡੀ ਆ, ਯਾਨੀ ਕਿ ਉਹ ਸਟੱਡੀ ਜਿਹੜੀ ਆ ਕਾਲਜਾਂ ਦੇ ਉੱਪਰ ਜਾ ਕੇ ਸ਼ੁਰੂ ਹੁੰਦੀ ਆ, PhD ਤੋਂ ਬਾਅਦ ਸ਼ੁਰੂ ਹੁੰਦੀ ਆ। ਉਹਦੀ ਸਟੱਡੀ ਜਿਹੜੀ ਮੇਰੇ ਕੋਲ ਜਿਹੜੀ ਸਿੱਧੀ ਜ਼ਿੰਦਗੀ ਨਾਲ ਜੁੜੀ ਹੈ। PhD ਦੀ ਗੱਲ ਕੀਤੀ ਹੈ, ਕੁਝ ਵਿਦਿਆਰਥੀ ਆਪਾਂ ਸੁਣਿਆ ਵੀ ਤੁਹਾਡੀ ਸਵੈ ਜੀਵਨੀ ਦੇ ਉੱਤੇ ਰਿਸਰਚ ਕਰ ਰਹੇ ਨੇ PhD ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ। ਕੌਣ ਨੇ ਵਿਦਿਆਰਥੀ, ਉਹ ਕਦੋਂ ਤੋਂ ਤੁਹਾਡੇ ਨਾਲ ਰਾਬਤਾ ਹੋਇਆ ਔਰ ਕਿਸ ਤਰੀਕੇ ਦੀ ਮਦਦ ਲੈ ਰਹੇ ਹੋ ਤੁਹਾਡੇ ਤੋਂ? ਹਾਂਜੀ, ਉਹ ਇਸ ਤਰ੍ਹਾਂ ਹੈ ਜੀ ਵੀ ਸਾਡੇ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੜਕੀ ਆ ਸੰਦੀਪ ਕੌਰ, ਅਤੇ ਇੱਕ ਦਿਨ ਮੈਨੂੰ ਉਹਦਾ ਫੋਨ ਆਇਆ ਸੀ, ਮੈਨੂੰ ਤੁਹਾਡੀ ਜਿਹੜੀ ਆਟੋਬਾਇਓਗ੍ਰਾਫੀ ਹੈ ਮੈਂ ਉੱਤੇ ਕੰਮ ਕਰ ਰਹੀ ਹਾਂ, ਅਤੇ ਤੁਹਾਡੀ ਮੇਰੀ ਆਤਮ ਕਥਾ ਮੈਨੂੰ ਪਤਾ ਲੱਗਾ ਅਤੇ ਤੁਸੀਂ ਮੈਨੂੰ ਭੇਜੋ, ਅਤੇ ਮੈਂ ਇਹ 'ਤੇ ਜਿਹੜੀ ਹੈ ਕੰਮ ਕਰਨਾ ਚਾਹੁੰਦੀ ਹਾਂ। ਅਤੇ ਉਸ ਲੜਕੀ ਨੇ ਮੈਂ ਪੁਸਤਕ ਉਹਨੂੰ ਭੇਜੀ ਹੈ, ਅਤੇ ਉਹ ਇਸ 'ਤੇ ਕੰਮ ਕਰ ਰਹੀ ਹੈ ਕਾਫੀ। ਉਸ ਤੋਂ ਬਾਅਦ ਮੈਨੂੰ ਉਹਦਾ ਫੋਨ ਵੀ ਮੈਨੂੰ ਆਇਆ, ਅਤੇ ਜੋ ਉਹਦੇ ਇੱਕ ਆਤਮ ਕਥਾ ਪੜ੍ਹ ਕੇ ਜੋ ਉਹਦੇ ਮਨ 'ਚ ਵਿਚਾਰ ਆਇਆ ਉਸਨੇ ਮੈਨੂੰ ਆਪਣੇ ਫੋਨ 'ਤੇ ਜ਼ਾਹਰ ਕੀਤੇ ਆ। ਉਸਨੇ ਇਹ ਕਿਹਾ ਵੀ ਜਦੋਂ ਮੈਂ ਰਾਤ ਨੂੰ ਤੁਹਾਡੀ ਆਤਮ ਕਥਾ ਪੜ੍ਹੀ ਆ ਅਤੇ ਉਸ ਤੋਂ ਬਾਅਦ ਮੈਂ ਸੌਂ ਨਹੀਂ ਸਕੀ। ਅਤੇ ਮੈਂ ਜਦੋਂ ਪੁੱਛਿਆ ਉਹਨੂੰ ਵੀ ਕੀ ਗੱਲ, ਤੁਸੀਂ ਇਹਦੇ ਵਿੱਚ ਕੀ ਦੇਖਿਆ, ਤਾਂ ਉਸਨੇ ਜਿਹੜਾ ਇਹਦਾ ਜਵਾਬ ਦਿੱਤਾ ਬਹੁਤ ਰੋਚਕ ਹੈ। ਉਹਨੇ ਕਿਹਾ ਵੀ ਮੈਨੂੰ ਅੱਜ ਪਹਿਲੀ ਵਾਰੀ ਪਤਾ ਲੱਗਾ ਵੀ ਦਲਿਤ ਸਮਾਜ ਨਾਲ ਇੱਦਾਂ ਵੀ ਹੁੰਦਾ ਰਿਹਾ ਹੈ ਔਰ ਅੱਜ ਵੀ ਹੋ ਰਿਹਾ। ਅਤੇ ਉਹ ਲੜਕੀ ਵੈਸੇ ਅਦਰ ਕਾਸਟ ਹੈ, ਲੇਕਿਨ ਉਹ ਵਿਚਾਰਧਾਰਕ ਤੌਰ 'ਤੇ ਇੰਨੀ ਡਿਵੈਲਪ ਆ ਵੀ ਉਹ ਇੱਕਦਮ ਚੀਜ਼ਾਂ ਨੂੰ ਉਹਨੂੰ ਪਛਾਣ ਲਿਆ, ਅਤੇ ਉਹ ਕਾਫੀ ਉਹ ਹੈਰਾਨ ਵੀ ਹੋਈ ਹੈ ਪੜ੍ਹ ਕੇ ਇਹਨੂੰ ਵੀ ਇਸ ਤਰ੍ਹਾਂ ਦੀਆਂ ਆਤਮ ਕਥਾਵਾਂ ਜਿਹੜੀਆਂ ਮੈਂ ਕਹਿੰਦੀ ਪਹਿਲੀ ਨਹੀਂ ਪੜ੍ਹੀ, ਕੋਈ ਨਹੀਂ ਪੜ੍ਹੀ ਇਹ ਤੋਂ ਪਹਿਲਾਂ ਕੋਈ। ਹਾਂਜੀ, ਤਾਂ ਇਸ ਤਰੀਕੇ ਦੀ ਮਦਦ ਵੀ ਉਹ ਲੈ ਰਹੇ ਨੇ। ਮੈਂ ਇਹ ਵੀ ਸੁਣਿਆ ਕਹਿੰਦੇ ਤੁਹਾਡੀ ਇਹ ਛੋਟੀ ਜਿਹੀ ਦੁਕਾਨ ਬੇਸ਼ੱਕ ਕਿਰਾਏ ਦੀ ਹੈ, ਪਰ ਇਹਦੇ ਉੱਤੇ IAS PCS ਜਿਹੜੇ ਆਫਿਸਰ ਨੇ ਉਹ ਵੀ ਕਹਿੰਦੇ ਤੁਹਾਡੇ ਕੋਲ ਆ ਕੇ ਇੱਥੇ ਸਾਹਿਤ ਦੇ ਉੱਤੇ ਚਰਚਾ ਵੀ ਕਰਦੇ ਨੇ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲੋਂ ਸਿੱਖਦੇ ਵੀ ਨੇ ਜਾਂ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ। ਹਾਂਜੀ ਹਾਂਜੀ, ਬਿਲਕੁਲ ਗੱਲ ਸਹੀ, ਤੁਸੀਂ ਠੀਕ ਸੁਣਿਆ। ਮੇਰੇ ਕੋਲ ਲਗਭਗ ਕਾਫੀ ਜਿਹੜੇ ਸਾਡੇ ਪੰਜਾਬ ਕੇਡਰ ਦੇ ਆਫਿਸਰ ਆ, IAS ਵੀ, ਜਿਨ੍ਹਾਂ 'ਚੋਂ PCS ਵੀ ਹੈ। ਜਿਸ ਤਰ੍ਹਾਂ ਸਾਡੇ ਬੜੇ ਇੱਕ ਪੁਰਾਣੇ ਮਿੱਤਰ ਗਿਆਨ ਸਿੰਘ ਵੱਲ ਅੱਜ ਕੱਲ੍ਹ ਤਾਂ ਨਹੀਂ ਹੈਗੇ, ਅਤੇ ਉਸ ਤੋਂ ਇਲਾਵਾ ਹੋਰ ਸਾਡੇ ਇੱਕ ਮਿੱਤਰ ਕੈਪਟਨ ਕਰਨੈਲ ਸਿੰਘ ਉੱਥੇ SDM ਰਹੇ ਆ, ਉਹ ਸਾਹਿਤ ਦੇ ਵਿੱਚ ਬਹੁਤ ਰੁਚੀ ਰੱਖਦੇ ਆ। ਅਤੇ ਉਹਨਾਂ ਨੇ ਮੇਰੀਆਂ ਇੱਕ ਦੋ ਰਚਨਾਵਾਂ ਜਿਹੜੀਆਂ ਉਹ ਪੁਸਤਕਾਂ ਪੜ੍ਹੀਆਂ ਤੋਂ ਕਾਫੀ ਪ੍ਰਭਾਵਿਤ ਹੋਏ ਆ। ਅਤੇ ਇੱਕ ਦਿਨ ਮੈਨੂੰ ਦੁਕਾਨ 'ਤੇ ਉਹਨੇ ਆਪਣਾ ਬੰਦਾ ਘੱਲਿਆ ਪਟਵਾਰੀ ਇੱਕ, ਅਤੇ ਉਹਨਾਂ ਨੇ ਕਿਹਾ ਵੀ ਜਾ ਕੇ ਵੀ ਉਸ ਬੰਦੇ ਨੂੰ ਲੈ ਕੇ ਆਓ ਫਲਾਨੀ ਜਗ੍ਹਾ ਅਤੇ ਮੇਰੀ ਗੱਲ ਕਰਾਓ। ਅਤੇ ਉਹ ਮੇਰੇ ਕੋਲ ਉਹ ਪਟਵਾਰੀ ਮੈਨੂੰ ਕਹਿਣ ਲੱਗਾ ਵੀ ਤੁਹਾਨੂੰ SDM ਸਾਹਿਬ ਨੇ ਯਾਦ ਕੀਤਾ। ਅਤੇ ਮੈਂ ਉਹਨੂੰ ਕਿਹਾ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ। ਕਹਿੰਦੇ ਤੁਹਾਨੂੰ ਜਾਣਦੇ ਆ, ਤੁਸੀਂ ਫੋਨ 'ਤੇ ਗੱਲ ਕਰੋ। ਅਤੇ ਉਹਨਾਂ ਦਾ ਮੈਨੂੰ ਫੋਨ ਆਉਂਦਾ ਅਤੇ ਮੈਨੂੰ ਕਹਿੰਦੇ ਆ ਬਈ ਭਾਰਤੀ ਸਾਹਿਬ, ਉਹ ਇੱਦਾਂ ਹੀ ਬੋਲਦੇ, ਭਾਰਤੀ ਸਾਹਿਬ ਗੱਲ ਇੱਦਾਂ ਹੈਗੀ ਵੀ ਮੈਨੂੰ ਤੁਹਾਡੀ ਕਿਤਾਬਾਂ ਪੜ੍ਹੀਆਂ। ਕਹਿੰਦਾ ਇਹ ਕਿਤਾਬ ਤਾਂ ਮੈਨੂੰ ਬਹੁਤ ਚੰਗੀ ਲੱਗੀ ਆ, ਖਾਸ ਕਰਕੇ ਜਿਹੜੀ ਤੁਸੀਂ ਅਨੁਵਾਦ ਕੀਤੀ ਹੈ ਝੂਠ, ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਅਤੇ ਤੁਸੀਂ ਇੱਦਾਂ ਕਰੋ, ਆਉਣਾ ਤਾਂ ਮੈਂ ਵੀ ਆ, ਪਰ ਤੁਸੀਂ ਹੁਣ ਦੀ ਘੜੀ ਮੇਰੇ ਕੋਲ ਆ ਜਾਓ, ਮੇਰਾ ਬਹੁਤ ਦਿਲ ਕਰਦਾ ਤੁਹਾਨੂੰ ਮਿਲਣ ਵਾਸਤੇ। ਅਤੇ ਮੈਂ ਗਿਆ ਉੱਥੇ, ਉਹਨਾਂ ਨਾਲ ਅੱਧਾ ਘੰਟਾ ਬਾਅਦ ਬੈਠੇ ਹਾਂ। ਅਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਆਉਣਾ ਜਾਣਾ ਮੇਰੀ ਦੁਕਾਨ ਦੇ ਉੱਪਰ ਲਗਾਤਾਰ ਉਸ ਤਰ੍ਹਾਂ ਰਿਹਾ ਜਿੰਨਾ ਚਿਰ ਉਹ ਹੁਸ਼ਿਆਰਪੁਰ ਰਿਹਾ। ਅਤੇ ਘੱਟੋ ਘੱਟ ਮਹੀਨੇ ਦੇ ਵਿੱਚ ਉਹ ਇੱਕ ਦੋ ਵਾਰੀ ਜ਼ਰੂਰ ਮੇਰੇ ਕੋਲ ਆਪਾਂ ਬੈਠਦੇ ਰਹੇ ਹਾਂ। ਨਵੀਆਂ ਕਿਤਾਬਾਂ ਬਾਰੇ ਜਾਣਕਾਰੀ ਮੇਰੇ ਕੋਲ ਲੈਂਦੇ ਰਹੇ ਆ, ਖਾਸ ਕਰਕੇ ਇੰਗਲਿਸ਼ ਦੇ ਕਾਫੀ ਜਾਣਕਾਰ ਆ। ਅਤੇ ਇੰਗਲਿਸ਼ ਔਰ ਹਿੰਦੀ ਦੀ ਕਿਤਾਬਾਂ ਜਿਹੜੀਆਂ ਉਹ ਮੇਰੇ ਕੋਲ ਪਤਾ ਲੈ ਕੇ, ਉਹ ਕਿਤਾਬਾਂ ਦਾ ਨਾਂ ਲੈ ਕੇ ਉਹ ਮੰਗਵਾਉਂਦੇ ਰਹੇ ਆ। ਜਿਹੜਾ ਤੁਹਾਡਾ ਸਮਾਂ ਸੀਗਾ, ਜਿਹੜੀਆਂ 10 ਕਲਾਸਾਂ ਤੁਸੀਂ ਪੜ੍ਹੀਆਂ ਸੀ, ਅੱਜ ਦੀ ਪੜ੍ਹਾਈ ਦਾ ਬੇਸ਼ੱਕ ਅੱਜ ਐਡਵਾਂਸ ਹੋ ਗਈ ਹੈ ਸਟੱਡੀ, ਬਹੁਤ ਸਾਰੇ ਸਹੂਲਤਾਂ ਬੱਚਿਆਂ ਨੂੰ ਮਿਲ ਰਹੀਆਂ ਨੇ, ਪਰ ਜਿਹੜਾ ਤੁਸੀਂ 10ਵੀਂ ਕਲਾਸ ਤੱਕ ਪੜ੍ਹੇ ਸੀਗੇ ਉਹ ਫਿਰ ਕਿੱਦਾਂ ਦੇ ਉਹਦੇ ਵਿੱਚ ਮੁਸ਼ਕਲਾਂ ਸੀਗੀਆਂ? ਘਰ ਦੇ ਹਾਲਾਤ ਉਦੋਂ ਕਿੱਦਾਂ ਦੇ ਸੀਗੇ? ਕਿਵੇਂ 10ਵੀਂ ਤੱਕ ਪਾਸ ਕਰਕੇ ਉਹ ਤੋਂ ਅੱਗੇ ਫਿਰ ਕਿਉਂ ਨਹੀਂ ਪੜ੍ਹੇ?
ਹਾਂ, ਇਸ ਤਰ੍ਹਾਂ ਹੈ ਜੀ ਭਈ ਮੈਂ ਮੇਰੇ ਮਨ ਵਿੱਚ ਤਮੰਨਾ ਤਾਂ ਬਹੁਤ ਸੀ ਵੀ ਮੈਂ ਗਾਹਾਂ ਕਾਫੀ ਪੜ੍ਹਨਾ, ਕਿਉਂਕਿ ਮੇਰੇ ਪੜ੍ਹਨ ਦੀ ਰੁਚੀ ਬਹੁਤ ਸੀ ਖਾਸ ਕਰਕੇ। ਪਰ ਮੈਨੂੰ ਐਂ ਲੱਗਦਾ ਵੀ ਮੈਂ ਇੱਕ ਜਿਹੜਾ ਲਿਟਰੇਚਰ ਦਾ ਜਿਹੜਾ ਮੈਨੂੰ ਆਦਤ ਰਹੀ ਆ, ਭੁੱਸ ਰਹੀ ਆ, ਉਹਨੇ ਕਿਤੇ ਨਾ ਕਿਤੇ ਮੇਰੀ ਪੜ੍ਹਾਈ ਦੇ ਵਿੱਚ ਖਲਲ ਜ਼ਰੂਰ ਪਾਇਆ। ਅਤੇ ਮੈਂ ਆਪਣੀ ਜਿਹੜੀ ਆਤਮ ਕਥਾ ਮੋਚੀ ਆ ਉਹਦੇ ਵਿੱਚ ਵੀ ਮੈਂ ਇਸ ਗੱਲ ਦਾ ਜ਼ਿਕਰ ਕੀਤਾ। ਹੋ ਸਕਦਾ ਮੈਂ ਵੀ ਬਹੁਤ ਅੱਛਾ ਕੋਈ ਵਧੀਆ, ਕਿਉਂਕਿ ਉਹਨਾਂ ਦਿਨਾਂ ਵਿੱਚ ਨੌਕਰੀਆਂ ਦੀ ਪ੍ਰੋਬਲਮ ਨਹੀਂ ਸੀ ਕੋਈ ਵੀ। ਜਿਹੜਾ ਵੀ ਬੱਚਾ BA ਜਾਂ MA ਹੁੰਦਾ ਸੀਗਾ ਅਤੇ ਉਹਨੂੰ ਝੱਟ ਨੌਕਰੀ ਮਿਲ ਜਾਂਦੀ ਸੀ, ਕਿਉਂਕਿ ਮੇਰੇ ਜਿਹੜੇ ਨਾਲ ਦੇ ਜਿਹੜੇ ਪੜ੍ਹ ਕੇ ਗਏ ਆ, ਕਿਸੇ ਨੇ ਕੋਈ ਕੋਰਸ ਕੀਤਾ, ਕੋਈ ਯੂਨੀਵਰਸਿਟੀ ਚਲਾ ਗਿਆ, ਕੋਈ ਪ੍ਰੋਫੈਸਰ ਬਣ ਗਿਆ, ਕੋਈ ਪਟਵਾਰੀ ਲੱਗਾ ਜਾਂ ਕੋਈ SDO ਲੱਗਾ। ਅਤੇ ਉਹ ਮੈਂ ਜਦੋਂ ਉਹਨਾਂ ਨੂੰ ਦੇਖਦਾ ਅਤੇ ਉਹ ਮੈਨੂੰ ਅਕਸਰ ਕਹਿੰਦੇ ਵੀ ਆ ਵੀ ਭਾਈ ਜੇ ਤੂੰ ਗਾਹਾਂ ਹੋਰ ਪੜ੍ਹ ਜਾਂਦਾ ਤਾਂ ਤੈਨੂੰ ਤੇ ਕਮ ਸੇ ਕਮ ਸਾਡੇ ਤੂੰ ਜਿਹੜੀ ਸਾਡੀ ਕੈਟਾਗਰੀ ਦੇ ਬਰਾਬਰ ਆ ਜਾਣਾ ਸੀਗਾ। ਪਰ ਜਿਹੜੀ ਇਹਦੇ ਵਿੱਚ ਜਿਹੜੀ ਅਹਿਮ ਗੱਲ ਆ ਜਿਹੜੀ ਮੈਂ ਸੋਚਦਾ ਉਹ ਇਹ ਹੈ, ਜੋ ਅੱਜ ਨਾ ਮੇਰੇ ਕੋਲ ਆ ਕਿਤਾਬਾਂ ਥਰੂ, ਉਹ ਨਾ ਅੱਜ ਉਹਨਾਂ ਕੋਲ ਨਹੀਂ ਹੈ ਜਿਹੜਾ ਅੱਜ ਮੇਰੇ ਕੋਲ ਆ। ਤੋ ਇਹਦੀ ਜਿਹੜੀ ਦੇਣ ਆ ਸਾਰੀ ਸਾਹਿਤ ਦੀ ਆ। ਔਰ ਮੈਨੂੰ ਅੱਜ ਅਫਸੋਸ ਨਹੀਂ ਹੁੰਦਾ ਇਸ ਗੱਲ ਦਾ ਕਿ ਮੈਂ ਅੱਗੇ ਨਹੀਂ ਪੜ੍ਹ ਸਕਿਆ। ਹਾਂਜੀ, ਕਿਉਂਕਿ ਮੇਰੀ ਜਿਹੜੀ ਲਾਈਨ ਆ, ਜਿਹੜਾ ਸਾਹਿਤ ਆ, ਜਿਹੜੀ ਮੇਰੀ ਭੁੱਖ ਆ ਮਾਨਸਿਕ, ਉਹ ਮੇਰੀ ਸਾਹਿਤ ਨੇ ਪੂਰੀ ਕੀਤੀ। ਇਸ ਕਰਕੇ ਮੈਨੂੰ ਇਸ ਚੀਜ਼ ਦਾ ਕੋਈ ਅਫਸੋਸ ਨਹੀਂ ਹੈ। ਮੈਨੂੰ ਲੱਗਦਾ ਸਾਹਿਤ ਹੀ ਹੈ ਵੀ ਜੇ ਕੰਮ ਨੂੰ ਕਿੱਤੇ ਨੂੰ ਦੇਖਿਆ ਜਾਵੇ ਤਾਂ ਹਰ ਬੰਦੇ ਦੇ ਮਨ ਦੇ ਵਿੱਚ ਤਸਵੀਰ ਇਹ ਬਣ ਜਾਊਗੀ ਕਿ ਮੋਚੀ ਹੈ, ਵੱਧ ਤੋਂ ਵੱਧ 500-700 ਹਜ਼ਾਰ ਰੁਪਈਆ ਦਿਹਾੜੀ ਦੇ ਵਿੱਚ ਕਮਾ ਲੈਂਦੇ ਹੋਣਗੇ, ਹੈ ਨਾ। ਹਾਲਾਂਕਿ ਇਹ ਕਿੱਤਾ ਬਹੁਤ ਵਧੀਆ ਕਿੱਤਾ ਹੈ, ਹਰ ਕਿੱਤੇ ਦੇ ਵਿੱਚ ਬੰਦਾ ਮਿਹਨਤ ਕਰਦਾ ਹੈ। ਤਾਂ ਲੱਗਦਾ ਵੀ ਸਾਹਿਤ ਹੀ ਹੈ ਜਿਹਨੇ ਅੱਜ IAS PCS ਵਰਗੇ ਜਿਹੜੇ ਲੈਵਲ ਦੇ ਆਫਿਸਰ ਨੇ ਉਹ ਵੀ ਤੁਹਾਨੂੰ ਬਹੁਤ ਮਾਣ ਸਤਿਕਾਰ ਦਿੰਦੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਇਹ 'ਚ ਸ਼ੱਕ ਨਹੀਂ ਹੈ। ਸਾਡੇ ਬਹੁਤ ਜਿਹੜੇ ਸਾਡੇ ਮਿੱਤਰ ਕਿਤੇ ਵੀ ਰਹੇ ਆ, ਪਿੱਛੇ ਜੇ ਮੈਨੂੰ ਸਾਡੇ ਇੱਕ ਰਿਟਾਇਰਡ ਐਂਬੈਸਡਰ ਆ ਸ਼੍ਰੀ ਨਿਵੇਸ਼ ਜੀ, ਉਹਨਾਂ ਨੇ ਮੇਰੀ ਇਹ ਪੁਸਤਕ ਪੜ੍ਹੀ ਆ ਔਰ ਬਹੁਤ ਹੈਰਾਨ ਹੋਇਆ। ਅਤੇ ਸਾਡੇ ਆਹ ਜਲੰਧਰ ਦੂਰਦਰਸ਼ਨ ਦੇ ਸਾਡੇ ਇੱਕ ਮਿੱਤਰ ਆ, ਉਹ ਕਾਫੀ ਉਹ ਪ੍ਰੋਡਿਊਸਰ ਵੀ ਰਹੇ ਆ ਜਲੰਧਰ ਦੂਰਦਰਸ਼ਨ ਦੇ, ਅਤੇ ਉਹ ਪੜ੍ਹ ਕੇ ਉਹ ਸਾਹਿਤ ਦੀ ਇੰਨੀ ਰੁਚੀ ਆ। ਮੈਨੂੰ ਅੱਧੀ ਰਾਤ ਨੂੰ ਮਤਲਬ ਸ਼ਾਮ ਨੂੰ ਮੈਨੂੰ ਮਿਲਣ ਵਾਸਤੇ ਦੁਕਾਨ ਤੇ ਆਉਂਦੇ ਆ ਔਰ 1.5 ਘੰਟਾ ਘੱਟੋ ਘੱਟ ਮੇਰੇ ਕੋਲ ਠਹਿਰਦੇ ਆ, ਉਹ ਸਿਰਫ ਇਸੇ ਕਰਕੇ। ਔਰ ਮੇਰੇ ਪੈਰੀਂ ਹੱਥ ਲਾਉਂਦੇ ਆ ਔਰ ਮੈਨੂੰ ਬਹੁਤ ਇੱਦਾਂ ਮਿਲਦਾ ਜਿੱਦਾਂ ਅਸੀਂ ਬਹੁਤ ਮਹਾਨ ਬੰਦੇ ਨੇ, ਵੱਡੇ ਬੰਦੇ ਨੇ ਮਿਲ ਰਹੀ ਹੋਈਏ, ਜਦ ਕਿ ਮੈਂ ਇੱਦਾਂ ਕਦੇ ਮਹਿਸੂਸ ਨਹੀਂ ਕੀਤਾ। ਪਰ ਇਹ ਗੱਲ ਜ਼ਰੂਰ ਆ, ਜੇ ਤੁਹਾਡੇ 'ਚ ਵਿਚਾਰਾਂ ਦਾ ਖਜ਼ਾਨਾ ਜਿਹੜਾ ਉਹ ਸਾਹਿਤ ਤੋਂ ਬਗੈਰ ਨਹੀਂ ਆਉਂਦਾ, ਅਤੇ ਸਾਹਿਤ ਦੇ ਨਾਲ ਹੀ ਤੁਹਾਡੇ ਜਿਹੜੇ ਵਿਚਾਰ ਡਿਵੈਲਪ ਹੁੰਦੇ ਆ। ਜਿਹੜੇ ਮੇਰੇ ਅੱਜ ਵਿਚਾਰ ਡਿਵੈਲਪ ਹੋਏ ਆ, ਮੈਂ ਇਹਨੂੰ ਇੱਦਾਂ ਮੰਨਦਾ ਜਿਸ ਤਰ੍ਹਾਂ ਬਲੈਕ ਕਮਿਊਨਿਟੀ ਆ ਅਫਰੀਕਾ ਦੀ, ਉਹਦੇ ਵਿੱਚ ਵੱਡੇ ਵੱਡੇ ਕਵੀ ਪੈਦਾ ਹੋਇਆ, ਵੱਡੇ ਵੱਡੇ ਥਿੰਕਰ ਪੈਦਾ ਹੋਇਆ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਾਹਿਤ ਆ, ਜਿਹਨੂੰ ਮੈਂ ਦਲਿਤ ਸਾਹਿਤ ਅਸੀਂ ਕਹਿੰਦੇ ਆ, ਇਹਦੇ ਵਿੱਚੋਂ ਹੀ ਬੜੇ ਬੜੇ ਵਿਚਾਰ ਪੈਦਾ ਹੋਏ ਆ ਔਰ ਮੈਂ ਉਹਨਾਂ ਦੇ ਵਿੱਚੋਂ ਇੱਕ ਆ। ਹੁਣ ਲੱਗਦਾ ਨਹੀਂ ਵੀ 75 ਸਾਲ ਦੀ ਉਮਰ ਹੋ ਗਈ ਹੈ, ਇਹ ਜਿਹੜਾ ਕਿੱਤੇ ਤੋਂ ਹੁਣ ਰਿਟਾਇਰਮੈਂਟ ਲੈ ਲਈਏ, ਜੇ ਕਿਤਾਬਾਂ ਵਾਲੇ ਪਾਸੇ ਰੁਚੀ ਹੈਗੀ ਤਾਂ ਉੱਧਰ ਲੱਗ ਜਾਈਏ? ਹਾਂ, ਨਹੀਂ ਐਸਾ ਨਹੀਂ ਹੈ ਜੀ। ਵੈਸੇ ਸਾਡੇ ਦੋਸਤ ਮਿੱਤਰ ਤਾਂ ਇਹੀ ਕਹਿੰਦੇ ਆ ਵੀ ਤੁਹਾਡੀ ਜਿਹੜੀ ਉਮਰ ਆ ਦੇ ਮੁਤਾਬਕ ਤੁਹਾਡੀ ਜਿਹੜੀ ਸਰਗਰਮੀਆਂ ਉਹ ਬਿਲਕੁਲ ਉੱਦਾਂ ਦੀਆਂ ਹੀ ਆ। ਔਰ ਮੈਂ ਇਸ ਗੱਲ 'ਤੇ ਫਖਰ ਤਾਂ ਨਹੀਂ ਕਰਦਾ, ਪਰ ਮੈਨੂੰ ਇਸ ਗੱਲ ਦਾ ਇੱਕ ਮੇਰੇ ਮਨ 'ਚ ਜ਼ਰੂਰ ਹੁੰਦੀ ਆ ਵੀ ਮੈਂ ਇਸ ਉਮਰ 'ਚ ਵੀ ਮੇਰੀ ਰੂਟੀਨ ਉਹੀ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸੀ। ਉਸੇ ਤਰ੍ਹਾਂ ਉੱਠਦਾ, ਉਸੇ ਤਰ੍ਹਾਂ ਸੈਰ ਕਰਦਾ, ਉਸੇ ਤਰ੍ਹਾਂ ਮੇਰੀ ਸਟੱਡੀ ਚੱਲਦੀ ਆ, ਉਸੇ ਤਰ੍ਹਾਂ ਮੈਂ ਕੰਮ ਕਰ ਰਿਹਾ। ਜਿੰਨਾ ਕੰਮ ਅੱਜ ਤੋਂ 50 ਸਾਲ ਪਹਿਲਾਂ ਕਰਦਾ ਸੀ ਉਹਨਾਂ ਮੈਂ ਅੱਜ ਵੀ ਕਰ ਰਿਹਾ। ਉਹਦੀ ਵਜ੍ਹਾ ਇਹ ਹੈ ਵੀ ਮੈਂ ਫਿਟਨੈਸ ਤੁਹਾਡੀ ਬਹੁਤ ਵਧੀਆ ਹੈ। ਬਹੁਤ ਸਾਰੇ ਲੋਕ ਦੇਖ ਰਹੇ ਹੋ ਇੱਥੇ ਅਜੇ ਤੱਕ ਵੀ ਚੌਂਕੜੀ ਮਾਰ ਕੇ, ਮੈਨੂੰ ਲੱਗਦਾ ਵੀ ਕਈ ਘੰਟੇ ਉੱਥੇ ਬੈਠੇ ਰਹਿੰਦੇ ਹੋ। ਹਾਂ ਜੀ ਹਾਂ, ਬਿਲਕੁਲ ਬਿਲਕੁਲ। ਮੈਂ ਜਦੋਂ ਲਿਖਦਾ ਵੀ ਹਾਂ ਅਤੇ ਜਿਹੜੀ ਖਾਸ ਚੀਜ਼ ਆ ਮੈਂ ਇਸ ਚੀਜ਼ 'ਤੇ ਬਹਿ ਕੇ ਲਿਖਦਾ। ਔਰ ਜਿਹੜੀ ਮੇਰੀ ਪੱਥਰੀ ਆ, ਉਸ ਪੱਥਰੀ ਜਿਹੜੀ ਮੇਰੀ ਹੈ ਐਜ ਏ ਡੈਸਕ ਕੰਮ ਕਰਦੀ ਆ। ਔਰ ਇੱਥੇ ਮੈਂ ਕਈ ਘੰਟੇ ਲਗਭਗ, ਕਈ ਵਾਰੀ ਤਾਂ ਮੈਂ 4-4 5-5 ਘੰਟੇ 6-6 ਘੰਟੇ ਲਗਾਤਾਰ ਮੈਂ ਲਿਖਦਾ। ਔਰ ਜਦੋਂ ਮੇਰੀ ਛੁੱਟੀ ਹੁੰਦੀ ਹੈ ਮੈਂ ਦੁਕਾਨ ਬੰਦ ਕਰਕੇ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਮੈਂ 8-9 ਵਜੇ ਤੱਕ ਮੈਂ ਇੱਥੋਂ ਆਪਣਾ ਕੰਮ ਕਰਕੇ ਜਾਂਦਾ। ਔਰ ਮਜ਼ੇ ਦੀ ਗੱਲ ਹੈ, ਮੈਨੂੰ ਕੋਈ ਥਕਾਵਟ ਨਹੀਂ ਹੁੰਦੀ ਇੱਧਰ ਬੈਠਿਆਂ। ਕਈਆਂ ਦੇ ਪੈਰ ਸੌਂ ਸਕਦੇ ਆ ਜਾਂ ਉਹਨਾਂ ਦਾ ਸਰੀਰ ਦੁੱਖ ਸਕਦਾ, ਪਿੱਠ ਦੁੱਖ ਸਕਦੀ ਆ, ਪਰ ਮੇਰੇ ਨਾਲ ਕਦੀ ਇੱਦਾਂ ਦੀ ਗੱਲ ਨਹੀਂ ਹੋਈ।
ਔਰ ਮੈਂ ਕਾਰਨ ਕੀ ਹੈ ਉਹਦਾ, ਇੰਨੀ ਫਿਟਨੈਸ ਦਾ, ਇੰਨੀ ਜਿਹੜੀ ਪੋਟੈਂਸ਼ੀਅਲ ਹੈ ਤੁਹਾਡੇ ਵਿੱਚ? ਹਾਂਜੀ ਕਰ ਰਿਹਾ ਵੀ। ਇੱਕ ਤਾਂ ਮੈਂ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ, ਨੰਬਰ 1। ਦੂਸਰਾ ਹੈ ਵੀ ਮੈਂ ਜਿਹੜਾ ਮੇਰਾ ਰੂਟੀਨ ਹੈ ਸੈਰ ਕਰਨੇ ਤੋਂ ਸਵੇਰੇ ਸ਼ਾਮੀ, ਉਹ ਬਣਿਆ ਬਹੁਤ ਚਿਰ ਦਾ ਹੀ ਬਣਿਆ, ਲਗਭਗ 50-60 ਸਾਲਾਂ ਤੋਂ। ਅਤੇ 1 ਘੰਟਾ ਸਵੇਰੇ, 1 ਘੰਟਾ ਸ਼ਾਮ ਮੈਂ ਦੌੜਦਾ ਵੀ ਹਾਂ। ਅਤੇ ਖੁਰਾਕ ਬਹੁਤ ਹਲਕੀ ਰੱਖੀ ਵਾ। ਅਤੇ ਸਭ ਤੋਂ ਜਿਹੜੀ ਵੱਡੀ ਗੱਲ ਆ, ਉਹ ਵਿਚਾਰ ਆਪਣੇ ਬਹੁਤ ਸ਼ੁੱਧ ਰੱਖੇ ਵਾ ਔਰ ਪ੍ਰੋਗਰੈਸਿਵ ਰੱਖੇ ਵਾ। ਜਿਹਦੇ ਵਿਚਾਰ ਪ੍ਰੋਗਰੈਸਿਵ ਹੋਣਗੇ, ਮੈਨੂੰ ਨਹੀਂ ਲੱਗਦਾ ਉਹ ਕਦੇ ਬੁੱਢਾ ਹੋਏਗਾ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਭਾਰਤੀ ਸਾਹਿਬ। ਤਾਂ ਇਹ ਸਨ ਦੁਆਰਕਾ ਭਾਰਤੀ ਜੀ। ਬੇਸ਼ੱਕ 10ਵੀਂ ਪਾਸ ਨੇ, ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਲਿਟਰੇਸੀ ਨੂੰ ਲੈ ਕੇ ਇੱਕ ਟੈਗ ਲੱਗਾ, ਉਹ ਟੈਗ ਅਜਿਹੇ ਬਜ਼ੁਰਗਾਂ ਦੀ ਬਦੌਲਤ ਹੀ ਲੱਗਾ ਹੈ ਕਿ ਅੱਜ ਵੀ ਕਿਤਾਬਾਂ ਦੇ ਨਾਲ ਇੰਨਾ ਗੂੜਾ ਰਿਸ਼ਤਾ ਹੈ, ਸਾਹਿਤ ਦੇ ਨਾਲ ਇੰਨਾ ਗੂੜਾ ਰਿਸ਼ਤਾ ਹੈ ਕਿ ਆਪਣੇ ਇਸ ਕਿੱਤੇ ਦੇ ਨਾਲ ਉਹ ਲਗਾਤਾਰ ਸਾਹਿਤ ਨੂੰ ਪੜ੍ਹਦੇ ਨੇ ਔਰ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਉੱਤੇ ਬੱਚੇ ਰਿਸਰਚ ਕਰ ਰਹੇ ਨੇ, ਸਟੂਡੈਂਟਸ ਰਿਸਰਚ ਕਰ ਰਹੇ ਨੇ ਔਰ ਵੱਡੇ ਵੱਡੇ ਆਫੀਸਰ ਵੀ ਉਹਨਾਂ ਦੇ ਸਾਹਿਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਨੇ, ਗੋਸ਼ਟੀਆਂ ਕਰਦੇ ਨੇ। ਤਾਂ ਬਹੁਤ ਸਾਰਾ ਮਾਨ ਸਨਮਾਨ ਇਹਨਾਂ ਨੂੰ ਇਸ ਸਾਹਿਤ ਦੇ ਨਾਲ ਜੁੜਿਆ ਹੋਣ ਕਰਕੇ ਮਿਲਿਆ ਹੈ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹੁਸ਼ਿਆਰਪੁਰ।